गुड मॉर्निंग दोस्तों। आओ पढ़ते हैं राजनीति शास्त्र। प्रश्न है एडवांटेजेस ऑफ स्टडी ऑफ पॉलिटिकल साइंस, सिग्निफिकेंस और यूटिलिटी ऑफ पॉलिटिकल साइंस। राजनीति शास्त्र की उपयोगिता या महत्ता की चर्चा करो। आधुनिक युग विच राजनीति शास्त्र के विषय की बहुपक्षी महत्ता और उपयोगिता है। असल ਦੇ ਵਿੱਚ ਆਧੁਨਿਕ ਮਨੁੱਖੀ ਜੀਵਨ ਵਧੇਰੇ ਹੀ ਰਾਜਨੀਤਿਕ ਸਰੂਪ ਦਾ ਬਣਦਾ ਜਾ ਰਿਹਾ ਹੈ। ਸਮਾਜਿਕ ਜੀਵਨ ਦਾ ਕੋਈ ਅਜਿਹਾ ਪੱਖ ਨਜ਼ਰ ਨਹੀਂ ਆਉਂਦਾ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਰਾਜਨੀਤੀ ਤੋਂ ਪ੍ਰਭਾਵਿਤ ਨਾ ਹੁੰਦਾ ਹੋਵੇ। ਰਾਜਨੀਤੀ ਸ਼ਾਸਤਰ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਹੀ ਇਸ ਵਿਸ਼ੇ ਨੂੰ ਵਿਦਿਅਕ ਸੰਸਥਾਵਾਂ ਅਤੇ ਵਿਸ਼ਵ ਵਿਦਿਆਲਿਆਂ ਦੇ ਵਿੱਚ ਇੱਕ ਸੁਤੰਤਰ ਇਕਾਤਮਕ ਵਿਸ਼ੇ ਦੇ ਰੂਪ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਜੀ.ਬੀ. ਸ਼ਾਹ ਦਾ ਕਥਨ ਹੈ, ਰਾਜਨੀਤਿਕ ਵਿਗਿਆਨ ਕੇਵਲ ਇੱਕ ਅਜਿਹਾ ਵਿਗਿਆਨ ਹੈ ਜਿਸ ਦੁਆਰਾ ਸਭਿਅਤਾ ਨੂੰ ਬਚਾਇਆ ਜਾ ਸਕਦਾ ਹੈ। ਇਸ ਕਥਨ ਵਿੱਚ ਸੱਚਾਈ ਹੈ ਕਿਉਂਕਿ ਸਮੁੱਚਾ ਸੰਸਾਰ ਦਿਨ ਪ੍ਰਤੀ ਦਿਨ ਰਾਜਨੀਤਿਕ ਸਰੂਪ ਦਾ ਬਣਦਾ ਜਾ ਰਿਹਾ ਹੈ। ਰਾਜਨੀਤੀ ਦਾ ਪ੍ਰਭਾਵ ਇੰਨਾ ਵੱਧ ਚੁੱਕਾ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਤੁਸੀਂ ਰਾਜਨੀਤੀ ਵਿੱਚ ਰੁਚੀ ਰੱਖਦੇ ਹੋ ਜਾਂ ਨਹੀਂ, ਪਰ ਰਾਜਨੀਤੀ ਤੁਹਾਡੇ ਵਿੱਚ ਰੁਚੀ ਜ਼ਰੂਰ ਰੱਖਦੀ ਹੈ। ਇਸ ਕਥਨ ਦਾ ਕਾਰਨ ਇਹ ਹੈ ਮਨੁੱਖੀ ਜੀਵਨ ਦਾ ਹਰ ਪੱਖ ਰਾਜਨੀਤੀ ਤੋਂ ਪ੍ਰਭਾਵਿਤ ਰਹਿੰਦਾ ਹੈ। ਇਹ ਪ੍ਰਭਾਵ ਸਦਾ ਵਧਦਾ ਰਹੇਗਾ। ਇਸ ਲਈ ਰਾਜਨੀਤਿਕ ਵਿਗਿਆਨ ਮਨੁੱਖ ਨੂੰ ਅਜਿਹੀ ਵਡਮੁੱਲੀ ਜਾਣਕਾਰੀ ਦੇ ਸਕਦਾ ਹੈ ਜਿਸ ਨਾਲ ਉਹ ਸੱਭਿਅਕ ਸਮਾਜ ਦਾ ਨਿਰਮਾਣ ਕਰ ਸਕਦਾ ਹੈ। ਹੇਠ ਲਿਖੇ ਬਿੰਦੂ ਰਾਜਨੀਤੀ ਸ਼ਾਸਤਰ ਦੀ ਮਹੱਤਤਾ ਨੂੰ ਦਰਸਾ ਰਹੇ ਹਨ। ਫਸਟ, ਰਾਜਨੀਤੀ ਸ਼ਾਸਤਰ ਨਾਗਰਿਕਾਂ ਨੂੰ ਅਧਿਕਾਰਾਂ ਅਤੇ ਕਰਤੱਵਾਂ ਦਾ ਗਿਆਨ ਦਿੰਦਾ ਹੈ। Political science gives knowledge of rights and duties of citizens. ਸਮਾਜ ਵਿੱਚ ਵਸਦੇ ਵਿਅਕਤੀ ਦੇ ਅਨੇਕਾਂ ਅਧਿਕਾਰ ਅਤੇ ਕਰਤੱਵ ਹੁੰਦੇ ਹਨ। ਉਹ ਸਮਾਜ ਪੂਰਨ ਤੌਰ ਤੇ ਵਿਕਸਿਤ ਨਹੀਂ ਹੋ ਸਕਦਾ ਜਿਸ ਦੇ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਸੰਬੰਧੀ ਠੀਕ ਜਾਣਕਾਰੀ ਨਾ ਹੋਵੇ। ਅਧਿਕਾਰਾਂ ਅਤੇ ਕਰਤੱਵਾਂ ਸੰਬੰਧੀ ਗਿਆਨ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਦੁਆਰਾ ਪ੍ਰਾਪਤ ਹੋ ਸਕਦਾ ਹੈ। ਜਿਸ ਦੇਸ਼ ਦੇ ਨਾਗਰਿਕਾਂ ਨੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਹੈ, ਉਸ ਜਾਣਕਾਰੀ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਨੂੰ ਅਮਲੀ ਰੂਪ ਵਿੱਚ ਦੇਣ ਲਈ ਵਰਤਿਆ ਹੈ, ਉਹ ਦੇਸ਼ ਨਿਸ਼ਚਿਤ ਤੌਰ ਤੇ ਆਧੁਨਿਕ ਸੰਸਾਰ ਵਿੱਚ ਆਪਣੇ ਦੇਸ਼ ਦਾ ਨਾਮ ਮਹਾਨ ਦੇਸ਼ਾਂ ਦੀ ਕਤਾਰ ਵਿੱਚ ਲਿਆਉਣ ਦਾ ਮਾਣ ਹਾਸਲ ਕਰਦੇ ਹਨ। ਪੁਆਇੰਟ ਨੰਬਰ 2, ਰਾਜ ਅਤੇ ਸਰਕਾਰ ਦਾ ਗਿਆਨ, ਨੌਲੇਜ ਅਬਾਊਟ ਸਟੇਟ ਐਂਡ ਗਵਰਨਮੈਂਟ। ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਰਾਜ ਰੂਪੀ ਰਾਜਨੀਤਿਕ ਸੰਗਠਨ ਮੌਜੂਦ ਹੈ। ਹਰੇਕ ਵਿਅਕਤੀ ਲਈ ਰਾਜ ਦਾ ਮੈਂਬਰ ਹੋਣਾ ਜ਼ਰੂਰੀ ਹੈ। ਰਾਜ ਹੀ ਸਰਕਾਰ ਦੁਆਰਾ ਸਮੁੱਚੇ ਸਮਾਜਿਕ ਜੀਵਨ ਦਾ ਨਿਯੰਤਰਣ ਕਰਦਾ ਹੈ। ਰਾਜ ਦੁਆਰਾ ਨਾਗਰਿਕਾਂ ਨੂੰ ਅਧਿਕਾਰ ਪ੍ਰਦਾਨ ਕੀਤੇ ਜਾਂਦੇ ਹਨ। ਰਾਜ ਹੀ ਉਹਨਾਂ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਜ਼ਿੰਮੇਵਾਰ ਹੁੰਦਾ ਹੈ। ਅਜਿਹੀ ਅਵਸਥਾ ਵਿੱਚ ਨਾਗਰਿਕਾਂ ਨੂੰ ਰਾਜ ਅਤੇ ਸਰਕਾਰ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਤੋਂ ਹੀ ਪ੍ਰਾਪਤ ਹੁੰਦੀ ਹੈ। ਪੁਆਇੰਟ ਨੰਬਰ 3, ਵੱਖ-ਵੱਖ ਸ਼ਾਸਨ ਪ੍ਰਣਾਲੀਆਂ ਦਾ ਗਿਆਨ, ਨੌਲੇਜ ਅਬਾਊਟ ਵੇਰੀਅਸ ਗਵਰਨਮੈਂਟ ਸਿਸਟਮਸ। ਸਾਰੇ ਦੇਸ਼ਾਂ ਵਿੱਚ ਸ਼ਾਸਨ ਪ੍ਰਣਾਲੀਆਂ ਦਾ ਰੂਪ ਇੱਕੋ ਜਿਹਾ ਨਹੀਂ ਹੁੰਦਾ। ਵੱਖ-ਵੱਖ ਦੇਸ਼ਾਂ ਵਿੱਚ ਉੱਥੋਂ ਦੀਆਂ ਵਿਸ਼ੇਸ਼ ਅਵਸਥਾਵਾਂ ਅਤੇ ਲੋੜਾਂ ਅਨੁਸਾਰ ਲੋੜੀਂਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਜਾਂਦੀ ਹੈ। ਕਿਸੇ ਦੇਸ਼ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਹੈ, ਕਿਸੇ ਦੇਸ਼ ਵਿੱਚ ਸੰਘਾਤਮਕ, ਕਿਸੇ ਵਿੱਚ ਪ੍ਰਧਾਨਗੀ ਅਤੇ ਕਿਸੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਕਈ ਦੇਸ਼ਾਂ ਵਿੱਚ ਰਾਜਤੰਤਰ ਵੀ ਹੈ, ਕਈਆਂ ਵਿੱਚ ਕੁਲੀਨ ਤੰਤਰ ਅਤੇ ਕਈ ਦੇਸ਼ਾਂ ਦੇ ਵਿੱਚ ਤਾਨਾਸ਼ਾਹੀ ਚੱਲਦੀ ਹੈ। ਸੈਨਿਕ ਤਾਨਾਸ਼ਾਹੀ ਦੇ ਅਧੀਨ ਮਤਲਬ ਕਿ ਰਾਜ ਚੱਲਦੇ ਹਨ। ਕਈ ਸ਼ਾਸਨ ਪ੍ਰਣਾਲੀਆਂ ਦਾ ਮੂਲ ਆਧਾਰ ਸਮਾਜਵਾਦੀ ਵਿਚਾਰਧਾਰਾ ਅਤੇ ਕਈਆਂ ਦਾ ਪੂੰਜੀਵਾਦੀ ਵਿਚਾਰਧਾਰਾ ਹੈ। ਅਜਿਹੀਆਂ ਪ੍ਰਣਾਲੀਆਂ ਦੇ ਵੱਖ-ਵੱਖ ਰੂਪਾਂ ਦਾ ਗਿਆਨ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਪ੍ਰਾਪਤ ਹੁੰਦਾ ਹੈ। ਪੁਆਇੰਟ ਨੰਬਰ 4, ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ, ਅਸੈਂਸ਼ੀਅਲ ਫਾਰ ਦਾ ਸਕਸੈਸ ਆਫ ਡੈਮੋਕ੍ਰੇਸੀ। ਆਧੁਨਿਕ ਯੁੱਗ ਵਿੱਚ ਲੋਕਤੰਤਰ ਦਾ ਯੁੱਗ ਹੈ। ਲੋਕਤੰਤਰ ਦੀ ਸਫਲਤਾ ਸੁਚੇਤ ਨਾਗਰਿਕ ਦੇ ਉੱਪਰ ਨਿਰਭਰ ਕਰਦੀ ਹੈ। ਰਾਜਨੀਤਿਕ ਚੇਤਨਤਾ, ਰਾਜਨੀਤਿਕ ਨੈਤਿਕਤਾ ਅਤੇ ਚੰਗੇ ਰਾਜਨੀਤਿਕ ਚਰਿੱਤਰ ਤੋਂ ਬਿਨਾਂ ਕਿਸੇ ਦੇਸ਼ ਵਿੱਚ ਲੋਕਤੰਤਰ ਸਫਲ ਨਹੀਂ ਹੋ ਸਕਦਾ। ਗਿਆਨਵਾਨ ਨਾਗਰਿਕ ਹੀ ਚੰਗੀ ਲੋਕ ਰਾਜ ਦਾ ਨਿਰਮਾਣ ਕਰ ਸਕਦੇ ਹਨ। ਰਾਜਨੀਤੀ ਸ਼ਾਸਤਰ ਦਾ ਅਧਿਐਨ ਅਜਿਹੇ ਨਾਗਰਿਕ ਗੁਣ ਉਤਪੰਨ ਕਰਦਾ ਹੈ ਜੋ ਮਨੁੱਖਾਂ ਵਿੱਚ ਰਾਜਨੀਤਿਕ ਚੇਤਨਾ
ਅਤੇ ਰਾਜਨੀਤਿਕ ਨੈਤਿਕਤਾ ਵਿਕਸਿਤ ਕਰਦਾ ਹੈ। ਆਧੁਨਿਕ ਯੁੱਗ ਵਿੱਚ ਰਾਜਨੀਤੀ ਸ਼ਾਸਤਰ ਦਾ ਅਧਿਐਨ ਹੀ ਆਦਰਸ਼ ਨਾਗਰਿਕਤਾ ਵਿਕਸਿਤ ਕਰ ਸਕਦਾ ਹੈ ਅਤੇ ਆਦਰਸ਼ ਨਾਗਰਿਕਤਾ ਉੱਤੇ ਹੀ ਲੋਕਤੰਤਰ ਦੀ ਸਫਲਤਾ ਨਿਰਭਰ ਕਰਦੀ ਹੈ। ਪੁਆਇੰਟ ਨੰਬਰ 5, ਚੰਗੇ ਰਾਜਨੀਤਿਕ ਦਲਾਂ ਦੇ ਨਿਰਮਾਣ ਲਈ ਸਹਾਇਕ, ਹੈਲਪਫੁਲ ਫਾਰ ਫਾਰਮੇਸ਼ਨ ਆਫ ਸਾਊਂਡ ਪੋਲੀਟੀਕਲ ਪਾਰਟੀਜ਼। ਲੋਕਤੰਤਰ ਦੀ ਸਫਲਤਾ ਚੰਗੇ ਰਾਜਨੀਤਿਕ ਦਲਾਂ ਉੱਪਰ ਨਿਰਭਰ ਕਰਦੀ ਹੈ। ਚੰਗੇ ਰਾਜਨੀਤਿਕ ਦਲ ਵਿਸ਼ੇਸ਼ ਸਿਧਾਂਤਾਂ ਉੱਪਰ ਆਧਾਰਿਤ ਹੁੰਦੇ ਹਨ। ਉਹਨਾਂ ਦੀਆਂ ਕੁਝ ਨਿਸ਼ਚਿਤ ਨੀਤੀਆਂ ਅਤੇ ਕਾਰਜਕ੍ਰਮ ਹੁੰਦੇ ਹਨ। ਕਈ ਰਾਜਨੀਤਿਕ ਵਿਚਾਰਧਾਰਾਵਾਂ ਜਾਂ ਰਾਜਨੀਤਿਕ ਸਿਧਾਂਤ ਉਹਨਾਂ ਦੇ ਕਾਰਜਕ੍ਰਮਾਂ ਦੀ ਅਗਵਾਈ ਕਰਦੇ ਹਨ। ਫਿਰਕੂ ਭਾਵਨਾਵਾਂ ਜਾਂ ਭਾਸ਼ਾ ਜਾਂ ਖੇਤਰਵਾਦ ਆਦਿ ਉੱਪਰ ਆਧਾਰਿਤ ਦਲ ਲੋਕਤੰਤਰ ਲਈ ਘਾਤਕ ਸਿੱਧ ਹੁੰਦੇ ਹਨ। ਰਾਜਨੀਤੀ ਸ਼ਾਸਤਰ ਦੇ ਅਧਿਐਨ ਚੰਗੇ ਰਾਜਨੀਤਿਕ ਦਲਾਂ ਦਾ ਨਿਰਮਾਣ ਅਤੇ ਦ੍ਰਿੜ ਰਾਜਨੀਤਿਕ ਪ੍ਰਣਾਲੀ ਦੀ ਸਥਾਪਨਾ ਦੇ ਵਿੱਚ ਸਹਾਇਕ ਸਿੱਧ ਹੁੰਦੇ ਹਨ। ਪੁਆਇੰਟ ਨੰਬਰ 6, ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਵਾਂ ਦਾ ਗਿਆਨ, ਨੌਲੇਜ ਆਫ ਵੇਰੀਅਸ ਪੋਲੀਟੀਕਲ ਆਈਡੀਓਲੋਜੀਜ਼। ਵਿਅਕਤੀਵਾਦ, ਸਮਾਜਵਾਦ, ਸਾਮਵਾਦ, ਅਰਾਜਕਤਾਵਾਦ, ਸੰਘਵਾਦ, ਆਦਰਸ਼ਵਾਦ ਆਦਿ ਅਨੇਕਾਂ ਰਾਜਨੀਤਿਕ ਵਿਚਾਰਧਾਰਾਵਾਂ ਹਨ। ਇਹ ਵਿਚਾਰਧਾਰਾਵਾਂ ਦਾ ਪਰੰਪਰਾਗਤ ਰਾਜਨੀਤੀ ਦੇ ਕਾਲ ਦੌਰਾਨ ਉਤਪੰਨ ਅਤੇ ਵਿਕਸਿਤ ਹੋਈਆਂ ਹਨ। ਇਹਨਾਂ ਵਿਚਾਰਧਾਰਾਵਾਂ ਤੋਂ ਇਲਾਵਾ ਅਨੇਕਾਂ ਹੀ ਮਹੱਤਵਪੂਰਨ ਨਵੀਆਂ ਵਿਚਾਰਧਾਰਾਵਾਂ ਨਵੇਂ ਯੁੱਗ ਦੀ ਉਪਜ ਹਨ। ਉਦਾਹਰਨ ਵਜੋਂ ਉਦਾਰਵਾਦ, ਨਵ ਉਦਾਰਵਾਦ, ਵਿਵਹਾਰਵਾਦ, ਇਸਤਰੀਵਾਦ, ਬਹੁ ਸੱਭਿਆਚਾਰਵਾਦ ਆਦਿ ਵਰਗੀਆਂ ਅਨੇਕਾਂ ਰਾਜਨੀਤਿਕ ਵਿਚਾਰਧਾਰਾਵਾਂ ਨੇ ਰਾਜਨੀਤੀ ਸ਼ਾਸਤਰ ਦੇ ਸਾਹਿਤ ਨੂੰ ਬਹੁਤ ਅਮੀਰ ਕੀਤਾ ਹੈ ਅਤੇ ਛੋਟੀਆਂ ਵੱਡੀਆਂ ਲਿਟਲ ਥਿਊਰੀਜ਼ ਐਂਡ ਗ੍ਰੈਂਡ ਥਿਊਰੀਜ਼ ਸਿਧਾਂਤ ਰਾਜਨੀਤਿਕ ਸੰਸਾਰ ਦੇ ਵਿੱਚ ਪ੍ਰਵੇਸ਼ ਕਰ ਰਹੀਆਂ ਹਨ। ਇਹਨਾਂ ਸਾਰੀਆਂ ਵਿਚਾਰਧਾਰਾਵਾਂ ਦਾ ਰਾਜਨੀਤਿਕ ਅਧਿਐਨ ਆਧੁਨਿਕ ਰਾਜਨੀਤਿਕ ਵਿਗਿਆਨ ਹੀ ਦੇ ਸਕਦਾ ਹੈ। ਅਜਿਹੀਆਂ ਰਾਜਨੀਤਿਕ ਵਿਚਾਰਧਾਰਾਵਾਂ ਦੇ ਵੱਖ-ਵੱਖ ਸਿਧਾਂਤ ਅਤੇ ਵੱਖ-ਵੱਖ ਉਦੇਸ਼ ਹਨ। ਇਨ੍ਹਾਂ ਧਾਰਨਾਵਾਂ ਸੰਬੰਧੀ ਬਹੁਪੱਖੀ ਜਾਣਕਾਰੀ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੁਆਰਾ ਪ੍ਰਾਪਤ ਹੋ ਸਕਦੀ ਹੈ। ਪੁਆਇੰਟ ਨੰਬਰ 7, ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ, ਨੌਲੇਜ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨਜ਼। ਅੰਤਰਰਾਸ਼ਟਰੀ ਖੇਤਰ ਵਿੱਚ ਭਿੰਨ-ਭਿੰਨ ਸਰੂਪਾਂ ਦੀਆਂ ਕਈ ਅੰਤਰਰਾਸ਼ਟਰੀ ਸੰਸਥਾਵਾਂ ਸਥਾਪਿਤ ਹੋਈਆਂ ਹਨ। ਉਦਾਹਰਨ ਵਜੋਂ ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਕਿਰਤ ਸੰਘ, ਵਿਸ਼ਵ ਸਿਹਤ ਸੰਘ, ਸੰਯੁਕਤ ਰਾਸ਼ਟਰ ਵਿਦਿਅਕ ਅਤੇ ਸੱਭਿਆਚਾਰਕ ਸੰਗਠਨ, ਅੰਤਰਰਾਸ਼ਟਰੀ ਮੁਦਰਾ ਨਿਧੀ ਆਦਿ ਕੁਝ ਮਹੱਤਵਪੂਰਨ ਅੰਤਰਰਾਸ਼ਟਰੀ ਸੰਗਠਨ ਹਨ। ਅਜਿਹੇ ਅੰਤਰਰਾਸ਼ਟਰੀ ਸੰਗਠਨਾਂ ਦੀ ਪੂਰਨ ਜਾਣਕਾਰੀ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਪ੍ਰਾਪਤ ਹੁੰਦੀ ਹੈ। ਪੁਆਇੰਟ ਨੰਬਰ 8, ਮਨੁੱਖ ਦੇ ਦ੍ਰਿਸ਼ਟੀਕੋਣ ਨੂੰ ਇਹ ਰਾਜਨੀਤਿਕ ਸ਼ਾਸਤਰ ਵਿਸ਼ਾਲ ਬਣਾਉਂਦਾ ਹੈ। ਰਾਜਨੀਤੀ ਸ਼ਾਸਤਰ ਦੇ ਅਧਿਐਨ ਦੁਆਰਾ ਵਿਅਕਤੀ ਦੇ ਸਮੁੱਚੇ ਦ੍ਰਿਸ਼ਟੀਕੋਣ ਦੇ ਵਿੱਚ ਪਰਿਵਰਤਨ ਜ਼ਰੂਰ ਆਉਂਦਾ ਹੈ। ਇਸ ਵਿਸ਼ੇ ਦਾ ਅਧਿਐਨ ਨਾਗਰਿਕਾਂ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਅਤੇ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਰਾਜਨੀਤੀ ਸ਼ਾਸਤਰ ਮਨੁੱਖ ਨੂੰ ਜਾਤੀਵਾਦ, ਭਾਸ਼ਾਵਾਦ, ਸੰਪਰਦਾਇਕਤਾ ਆਦਿ ਦੀਆਂ ਬੁਰਾਈਆਂ ਤੋਂ ਮੁਕਤ ਹੋ ਕੇ ਦ੍ਰਿੜ ਸਿਧਾਂਤਾਂ ਦੇ ਆਧਾਰ ਉੱਤੇ ਰਾਜਨੀਤਿਕ ਰਾਏ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸ ਵਿਸ਼ੇ ਦਾ ਅਧਿਐਨ ਮਨੁੱਖ ਦੇ ਸਰਵਪੱਖੀ ਗਿਆਨ ਦੇ ਵਿੱਚ ਵਾਧਾ ਕਰਦਾ ਹੈ। ਇਹ ਸਭ ਕੁਝ ਮਨੁੱਖ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਬਣਾਉਂਦਾ ਹੈ। ਪੁਆਇੰਟ ਨੰਬਰ 9, ਰਾਜਨੀਤਿਕ ਪ੍ਰਣਾਲੀਆਂ ਦਾ ਸਮੁੱਚਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ, ਹੈਲਪਫੁਲ ਇਨ ਫੁੱਲ ਐਨਾਲਾਈਸਿਸ ਆਫ ਪੋਲੀਟੀਕਲ ਸਿਸਟਮਜ਼। ਆਧੁਨਿਕ ਰਾਜਨੀਤਿਕ ਵਿਗਿਆਨ ਰਾਜਨੀਤਿਕ ਪ੍ਰਣਾਲੀ ਦੇ ਕਿਸੇ ਇੱਕ ਪੱਖ ਨਾਲ ਸੰਬੰਧ ਨਹੀਂ ਰੱਖਦਾ, ਸਗੋਂ ਹਰੇਕ ਰਾਜਨੀਤਿਕ ਪ੍ਰਣਾਲੀ ਦਾ ਸਮੁੱਚਾ ਵਿਸ਼ਲੇਸ਼ਣ ਕਰਨ ਅਤੇ ਉਸ ਆਧਾਰ ਤੇ ਸਿਧਾਂਤ ਥਿਊਰੀ ਦਾ ਨਿਰਮਾਣ ਕਰਨ ਨਾਲ ਵੀ ਸੰਬੰਧ ਰੱਖਦਾ ਹੈ। ਇਹ ਮਹੱਤਵਪੂਰਨ ਕੰਮ ਲਈ ਰਾਜਨੀਤਿਕ ਵਿਗਿਆਨ ਖੋਜੀ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਪੁਆਇੰਟ ਨੰਬਰ 10, ਵਰਤਮਾਨ ਸਮੱਸਿਆਵਾਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਗਿਆਨ, ਨੌਲੇਜ ਆਫ ਕਰੰਟ ਪ੍ਰੋਬਲਮਸ ਐਂਡ ਦੇਅਰ ਸੋਲਿਊਸ਼ਨਜ਼। ਰਾਜਨੀਤਿਕ ਸ਼ਾਸਤਰ ਠੋਸ ਸਿਧਾਂਤਾਂ ਉੱਤੇ ਆਧਾਰਿਤ ਹੈ ਅਤੇ ਇਹਨਾਂ ਸਿਧਾਂਤਾਂ ਨੂੰ ਵਰਤਮਾਨ ਸਮੱਸਿਆਵਾਂ ਉੱਤੇ ਲਾਗੂ ਕਰਕੇ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ। ਜੇ ਨਾਗਰਿਕਾਂ ਤੇ ਸ਼ਾਸਕਾਂ ਨੂੰ ਇਹ ਪਤਾ ਲੱਗ ਗਿਆ
ਕਿ ਉਹਨਾਂ ਨੂੰ ਦੇਸ਼ ਵਿੱਚ ਕਿਹੜੇ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ, ਤਾਂ ਦੇਸ਼ ਵਿੱਚ ਰਾਜਨੀਤਿਕ ਤਰੱਕੀ ਬਹੁਤ ਸੰਤੋਖਜਨਕ ਹੋਵੇਗੀ। ਜੇ ਸ਼ਾਸਕ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਕਦਮ ਚੁੱਕਣ ਤਾਂ ਕੋਈ ਕਾਰਨ ਨਹੀਂ ਕਿ ਦੇਸ਼ ਵਿਦੇਸ਼ ਦੀਆਂ ਵਰਤਮਾਨ ਸਮੱਸਿਆਵਾਂ ਦਾ ਹੱਲ ਨਾ ਹੋਵੇ। ਪੁਆਇੰਟ ਨੰਬਰ 11, ਵਿਦਿਆਰਥੀਆਂ ਅਤੇ ਯੁਵਕਾਂ ਲਈ ਵਿਸ਼ੇਸ਼ ਕਰਕੇ ਜ਼ਰੂਰੀ, especially useful for students and the young। ਰਾਜਨੀਤਿਕ ਸ਼ਾਸਤਰ ਵਿਦਿਆਰਥੀਆਂ ਲਈ ਵਿਸ਼ੇਸ਼ ਕਰਕੇ ਹੋਰ ਵੀ ਲਾਭਕਾਰੀ ਅਤੇ ਜ਼ਰੂਰੀ ਹੈ। ਅੱਜ ਦੇ ਵਿਦਿਆਰਥੀ ਨੇ ਕੱਲ੍ਹ ਦਾ ਨਾਗਰਿਕ ਅਤੇ ਨੇਤਾ ਵੀ ਬਣਨਾ ਹੈ, ਸ਼ਾਸਕ ਬਣਨਾ ਹੈ। ਵਿਦਿਆਰਥੀ ਤੇ ਯੁਵਕ ਹੀ ਦੇਸ਼ ਦੇ ਭਵਿੱਖ ਦੇ ਅਸਲ ਵਾਰਸ ਹਨ। ਵਿਦਿਆਰਥੀਆਂ ਨੂੰ ਜਿੱਥੇ ਰਾਜਨੀਤਿਕ ਵਿਚਾਰਧਾਰਾਵਾਂ, ਰਾਜਨੀਤਿਕ ਪ੍ਰਣਾਲੀਆਂ ਅਤੇ ਆਪਣੇ ਅਧਿਕਾਰਾਂ ਕਰਤੱਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ, ਉੱਥੇ ਉਹਨਾਂ ਅੰਦਰ ਆਦਰਸ਼ ਨਾਗਰਿਕਤਾ ਦੇ ਗੁਣਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ। ਰਾਜਨੀਤਿਕ ਸ਼ਾਸਤਰ ਦੇ ਅਧਿਐਨ ਦੁਆਰਾ ਜਿੱਥੇ ਵਿਦਿਆਰਥੀਆਂ ਨੂੰ ਬਹੁਪੱਖੀ ਗਿਆਨ ਮਿਲਦਾ ਹੈ, ਉੱਥੇ ਉਹਨਾਂ ਨੂੰ ਆਦਰਸ਼ ਨਾਗਰਿਕ ਬਣਨ ਦੀ ਪ੍ਰੇਰਨਾ ਵੀ ਮਿਲਦੀ ਹੈ। ਇਸ ਤਰ੍ਹਾਂ ਦਾ ਸਮਾਜਿਕ ਵਿਗਿਆਨ ਯੁਵਕਾਂ ਜੋ ਕਿਸੇ ਵਿਦਿਅਕ ਸੰਸਥਾ ਦੇ ਵਿਦਿਆਰਥੀ ਨਹੀਂ ਹਨ, ਉਹਨਾਂ ਲਈ ਵੀ ਉਨਾ ਹੀ ਲਾਭਦਾਇਕ ਹੈ ਜਿੰਨਾ ਕਿ ਭਵਿੱਖ ਦੇ ਵਾਰਸਾਂ ਲਈ ਇਸ ਗਿਆਨ ਦਾ ਹੋਣਾ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਦੇਸ਼ ਭਾਰਤ ਦੇ ਵਰਤਮਾਨ ਨਿਰਾਸ਼ਾਜਨਕ ਹਾਲਾਤ ਦੇਖੀਏ ਤਾਂ ਸਾਨੂੰ ਇਹ ਕਹਿਣ ਨੂੰ ਮਜਬੂਰ ਹੋਣਾ ਪਵੇਗਾ ਕਿ ਸਾਡੇ ਭਾਰਤੀ ਯੁਵਕਾਂ ਨੂੰ ਠੀਕ ਰੂਪ ਵਿੱਚ ਅਤੇ ਠੀਕ ਵਿਧੀ ਦੁਆਰਾ ਰਾਜਨੀਤਿਕ ਵਿਗਿਆਨ ਦਾ ਸਰਵਪੱਖੀ ਗਿਆਨ ਦੇਣਾ ਬਹੁਤ ਜ਼ਰੂਰੀ ਹੈ। ਪੁਆਇੰਟ ਨੰਬਰ 12, ਆਧੁਨਿਕ ਵਿਸ਼ਵੀਕਰਨ ਅਤੇ ਕੰਪਿਊਟਰ ਯੁੱਗ ਦੀਆਂ ਬਰਕਤਾਂ ਦੀ ਜਾਣਕਾਰੀ, knowledge of blessings of era of globalization and computer technologies। ਅੱਜ ਸਮੁੱਚਾ ਸੰਸਾਰ ਜੀਵਨ ਦੇ ਹਰ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਅਨੁਭਵ ਕਰ ਰਿਹਾ ਹੈ। ਇੰਨਾ ਵੱਡਾ ਸੰਸਾਰ ਸੁੰਗੜ ਕੇ ਇੱਕ ਨਗਰ ਦਾ ਰੂਪ ਧਾਰਨ ਕਰ ਰਿਹਾ ਹੈ। ਆਉਣ ਵਾਲੇ ਸਮੇਂ 'ਚ ਬਹੁਤ ਸੰਭਾਵਨਾਵਾਂ ਹਨ ਕਿ ਵਿਸ਼ਵ ਵਿਆਪੀ ਰਾਜਨੀਤੀ ਵੀ ਹੋਵੇ। ਇਹ ਸਭ ਕੁਝ ਆਧੁਨਿਕ ਕੰਪਿਊਟਰ ਟੈਕਨੋਲੋਜੀ ਅਤੇ ਵਿਸ਼ਵੀਕਰਨ ਦੇ ਯੁੱਗ ਦੀਆਂ ਬਰਕਤਾਂ ਦਾ ਸਿੱਟਾ ਹੈ। ਦੇਖਣ ਨੂੰ ਇਹ ਰਾਜਨੀਤਿਕ ਤੱਥ ਪ੍ਰਤੀਤ ਨਹੀਂ ਹੁੰਦੇ, ਪਰੰਤੂ ਵਿਵਹਾਰਿਕ ਸੱਚਾਈ ਇਹ ਹੈ ਕਿ ਇਹ ਤੱਥ ਲਗਭਗ ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਅਤੇ ਰਾਜਨੀਤੀ ਦੇ ਅਸਲੀ ਸੰਚਾਲਕ ਬਣ ਗਏ ਹਨ। ਆਧੁਨਿਕ ਯੁੱਗ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੈ ਜੋ ਇਸ ਯੁੱਗ ਦੀਆਂ ਬਰਕਤਾਂ ਦਾ ਲਾਭ ਨਾ ਪ੍ਰਾਪਤ ਕਰਨਾ ਚਾਹੁੰਦਾ ਹੋਵੇ ਜਾਂ ਇਸ ਯੁੱਗ ਦੇ ਲਾਭਾਂ ਤੋਂ ਬਿਨਾਂ ਆਪਣੇ ਲੋਕਾਂ ਦੀ ਆਧੁਨਿਕ ਲੋੜ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੋਵੇ। ਇਸ ਪੱਖ ਨੂੰ ਰਾਜਨੀਤੀ ਸ਼ਾਸਤਰ ਦਾ ਅਧਿਐਨ ਬਹੁਤ ਉਪਯੋਗੀ ਸਿੱਧ ਹੁੰਦਾ ਹੈ, ਕਿਉਂਕਿ ਇਹਨਾਂ ਤੱਥਾਂ ਦੇ ਪ੍ਰਭਾਵਾਂ ਦੀ ਜਾਣਕਾਰੀ ਤੋਂ ਬਿਨਾਂ ਰਾਜਨੀਤਿਕ ਪ੍ਰਣਾਲੀ, ਰਾਜਨੀਤਿਕ ਸੱਭਿਆਚਾਰ, ਰਾਜਨੀਤਿਕ ਸਮਾਜੀਕਰਨ, ਵਿਸ਼ਿਸ਼ਟ ਵਰਗ ਦਾ ਸਹੀ ਅਧਿਐਨ ਨਹੀਂ ਹੋ ਸਕਦਾ। ਸਿੱਟਾ ਕਨਕਲੂਜ਼ਨ, ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਰਾਜਨੀਤੀ ਸ਼ਾਸਤਰ ਇੱਕ ਮਹਾਨ ਉਪਯੋਗੀ ਵਿਸ਼ਾ ਹੈ। ਇਸ ਵਿਸ਼ੇ ਦੇ ਅਧਿਐਨ ਦੁਆਰਾ ਮਨੁੱਖ ਵਿੱਚ ਅਜਿਹੇ ਗੁਣ ਉਤਪੰਨ ਹੁੰਦੇ ਹਨ ਜੋ ਲੋਕਤੰਤਰ ਦੀ ਸਫਲਤਾ, ਸਰਵਪੱਖੀ ਮਨੁੱਖਤਾ ਵਿੱਚ ਪਰਸਪਰ ਸਾਂਝ ਵਧਾਉਂਦੇ ਹਨ। ਮਨੁੱਖੀ ਸਭਿਅਤਾ ਦਾ ਯੋਗ ਵਿਕਾਸ ਅਤੇ ਮਨੁੱਖੀ ਸੱਭਿਆਚਾਰ ਦੀ ਰੱਖਿਆ ਲਈ ਰਾਜਨੀਤੀ ਸ਼ਾਸਤਰ ਦਾ ਅਧਿਐਨ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਰਾਜਨੀਤੀ ਸ਼ਾਸਤਰ ਦਾ ਸਰੂਪ, ਕੀ ਰਾਜਨੀਤੀ ਸ਼ਾਸਤਰ ਇੱਕ ਵਿਗਿਆਨ ਜਾਂ ਕਲਾ ਹੈ? ਰਾਜਨੀਤੀ ਸ਼ਾਸਤਰ ਦੇ ਸਰੂਪ ਬਾਰੇ ਰਾਜਨੀਤਿਕ ਵਿਗਿਆਨੀਆਂ ਦੇ ਵਿਚਾਰਾਂ ਵਿੱਚ ਕਾਫੀ ਮਤਭੇਦ ਹਨ। ਕੁਝ ਵਿਦਵਾਨ ਅਜਿਹੇ ਹਨ ਜੋ ਇਸ ਵਿਸ਼ੇ ਨੂੰ ਵਿਗਿਆਨ ਮੰਨਦੇ ਹਨ ਅਤੇ ਕੁਝ ਦੂਸਰੇ ਲੇਖਕ ਇਸ ਨੂੰ ਵਿਗਿਆਨ ਮੰਨਣ ਤੋਂ ਇਨਕਾਰ ਕਰਦੇ ਹਨ। ਇਸ ਪਾਸੇ ਰਾਜਨੀਤੀ ਸ਼ਾਸਤਰ ਦੇ ਜਨਮਦਾਤਾ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਮਿਸਟਰ ਅਰਸਤੂ ਹਨ, ਜੋ ਰਾਜਨੀਤੀ ਨੂੰ ਉੱਚ ਕੋਟੀ ਦਾ ਵਿਗਿਆਨ ਦੱਸਦੇ ਹਨ। ਉਹਨਾਂ ਦੇ ਨਾਲ ਵਰਤਮਾਨ ਯੁੱਗ ਦੇ ਪ੍ਰਸਿੱਧ ਰਾਜਨੀਤੀ ਸ਼ਾਸਤਰ ਬੋਦਿਨ, ਹਾਬਿਜ਼, ਬਲੈਂਸ਼ਲੀ, ਸਿਜਵਿਕ, ਗਾਰਨਰ, ਗੈਟਲ, ਗਿਲਕ੍ਰਾਈਸਟ, ਬ੍ਰਾਈਸ ਆਦਿ ਵੀ ਇਸੇ ਵਿਸ਼ੇ ਨੂੰ ਵਿਗਿਆਨ ਮੰਨਦੇ ਹਨ। ਦੂਜੇ ਪਾਸੇ ਕਾਮਟੇ, ਬੱਕਲ, ਮੈਟਲੈਂਡ, ਬਰਕ, ਪੌਲਿਕ ਆਦਿ ਵਰਗੇ ਰਾਜਨੀਤੀ ਸ਼ਾਸਤਰੀ ਇਸ ਵਿਗਿਆਨ ਨੂੰ ਵਿਗਿਆਨ ਮੰਨਣ ਦੇ ਪੱਖ ਵਿੱਚ ਨਹੀਂ ਹਨ। ਰਾਜਨੀਤੀ ਸ਼ਾਸਤਰ ਇੱਕ ਵਿਗਿਆਨ ਨਹੀਂ ਹੈ,
ਜੋ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਮੰਨਣ ਨੂੰ ਤਿਆਰ ਨਹੀਂ, ਉਹ ਆਪਣੇ ਵਿਚਾਰਾਂ ਦੇ ਪੱਖ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ। ਨੰਬਰ 1, ਵਿਗਿਆਨ ਦੀ ਪਰਿਭਾਸ਼ਾ। ਡੈਫੀਨੇਸ਼ਨ ਆਫ ਸਾਇੰਸ। ਚੈਂਬਰ ਸ਼ਬਦਕੋਸ਼ ਦੇ ਅਨੁਸਾਰ ਵਿਗਿਆਨ ਉਹ ਗਿਆਨ ਹੈ ਜਿਸ ਨੂੰ ਪੜਚੋਲ ਅਤੇ ਤਜਰਬੇ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ, ਆਲੋਚਨਾਤਮਕ ਢੰਗ ਨਾਲ ਪਰਖਿਆ ਅਤੇ ਆਮ ਸਿਧਾਂਤਾਂ ਅਧੀਨ ਕਰਮਬੱਧ ਕੀਤਾ ਜਾਂਦਾ ਹੈ। ਰਾਜਨੀਤੀ ਸ਼ਾਸਤਰ ਵਿਗਿਆਨ ਦੀ ਇਸ ਕਸੌਟੀ ਤੇ ਪੂਰਾ ਨਹੀਂ ਉਤਰਦਾ, ਕਿਉਂਕਿ ਰਾਜਨੀਤੀ ਸ਼ਾਸਤਰ ਦਾ ਗਿਆਨ ਪੜਚੋਲ ਅਤੇ ਤਜਰਬੇ ਦੁਆਰਾ ਨਿਸ਼ਚਿਤ ਨਹੀਂ ਕੀਤਾ ਜਾਂਦਾ। ਇਸ ਕਾਰਨ ਕੁਝ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਮੰਨਣ ਤੋਂ ਸੰਕੋਚ ਕਰਦੇ ਹਨ, ਮਤਲਬ ਇਨਕਾਰੀ ਹਨ। ਪੁਆਇੰਟ ਨੰਬਰ 2, ਨਿਸ਼ਚਿਤ ਸਿਧਾਂਤਾਂ ਦੀ ਅਣਹੋਂਦ। ਭੌਤਿਕ ਵਿਗਿਆਨ ਵਿੱਚ ਆਮ ਸਿਧਾਂਤ ਨਿਸ਼ਚਿਤ ਹੁੰਦੇ ਹਨ, ਪਰੰਤੂ ਰਾਜਨੀਤੀ ਸ਼ਾਸਤਰ ਵਿੱਚ ਨਿਸ਼ਚਿਤ ਸਿਧਾਂਤਾਂ ਦੀ ਘਾਟ ਹੈ। ਰਾਜਨੀਤੀ ਸ਼ਾਸਤਰ ਦੇ ਕਿਸੇ ਵੀ ਸਿਧਾਂਤ ਦੇ ਸਿੱਟੇ ਸਮੁੱਚੇ ਸੰਸਾਰ ਵਿੱਚ ਇੱਕੋ ਜਿਹੇ ਨਹੀਂ ਹੋ ਸਕਦੇ। ਵਰਤਮਾਨ ਸਮੇਂ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਪਰਜਾਤੰਤਰੀ ਪ੍ਰਣਾਲੀ ਹੈ, ਪਰੰਤੂ ਇਨ੍ਹਾਂ ਸਾਰੇ ਦੇਸ਼ਾਂ ਵਿੱਚ ਪਰਜਾਤੰਤਰ ਦਾ ਅਰਥ ਅਤੇ ਭਾਵ ਇੱਕੋ ਜਿਹਾ ਨਹੀਂ ਸਮਝਿਆ ਜਾਂਦਾ। ਉਦਾਹਰਨ ਵਜੋਂ ਭੂਤਪੂਰਵ ਸੋਵੀਅਤ ਸੰਘ ਦੇ ਨੇਤਾ ਸੋਵੀਅਤ ਲੋਕਤੰਤਰ ਨੂੰ ਸੰਸਾਰ ਵਿੱਚ ਸਰਵਉੱਤਮ ਮੰਨਦੇ ਸਨ ਅਤੇ ਪੱਛਮੀ ਲੋਕਤੰਤਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਬਿਲਕੁਲ ਨਿਰਮੂਲ ਸੀ। ਇਸ ਦੇ ਉਲਟ ਪੱਛਮੀ ਵਿਦਵਾਨ ਸੋਵੀਅਤ ਸੰਘ ਦੇ ਲੋਕਤੰਤਰ ਨੂੰ ਇੱਕ ਢੋਂਗ ਜਾਂ ਦਿਖਾਵਾ ਮੰਨਦੇ ਸਨ। ਇਸ ਤਰ੍ਹਾਂ ਸੰਸਦੀ ਸ਼ਾਸਨ ਪ੍ਰਣਾਲੀ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਅਪਣਾਈ ਗਈ, ਪਰੰਤੂ ਇਨ੍ਹਾਂ ਸਾਰੇ ਦੇਸ਼ਾਂ ਵਿੱਚ ਇਸ ਦੀ ਕਾਰਜ ਪ੍ਰਣਾਲੀ ਵਰਕਿੰਗ ਦੇ ਸਿੱਟੇ ਇੱਕੋ ਜਿਹੇ ਨਹੀਂ ਨਿਕਲੇ। ਸਾਡਾ ਭਾਵ ਇਹ ਹੈ ਕਿ ਰਾਜਨੀਤੀ ਸ਼ਾਸਤਰ ਦੇ ਸਿਧਾਂਤ ਸਥਾਈ ਤੌਰ ਤੇ ਨਿਸ਼ਚਿਤ ਨਹੀਂ ਕੀਤੇ ਜਾ ਸਕਦੇ। ਪੁਆਇੰਟ ਨੰਬਰ 3, ਵਿਚਾਰਾਂ ਦੀ ਇਕਸਾਰਤਾ ਦੀ ਕਮੀ। ਲੈਕ ਆਫ ਯੂਨੀਫਾਰਮਿਟੀ ਆਫ ਵਿਊਜ਼। ਭੌਤਿਕ ਵਿਗਿਆਨ ਸੰਬੰਧੀ ਸਭ ਵਿਗਿਆਨੀਆਂ ਦੇ ਵਿਚਾਰਾਂ ਵਿੱਚ ਇੱਕ ਪ੍ਰੂਫਤਾ ਅਤੇ ਇਕਸਾਰਤਾ ਹੁੰਦੀ ਹੈ। ਉਦਾਹਰਨ ਵਜੋਂ ਇਹ ਇੱਕ ਨਿਸ਼ਚਿਤ ਸਿਧਾਂਤ ਹੈ ਕਿ ਕਿਸੇ ਵਸਤੂ ਨੂੰ ਜੇਕਰ ਉੱਪਰ ਵੱਲ ਸੁੱਟਿਆ ਜਾਵੇ ਤਾਂ ਧਰਤੀ ਦੇ ਆਕਰਸ਼ਣ ਸ਼ਕਤੀ ਦੇ ਕਾਰਨ ਉਹ ਵਸਤੂ ਧਰਤੀ ਵੱਲ ਜ਼ਰੂਰ ਆਉਂਦੀ ਹੈ, ਪਰੰਤੂ ਰਾਜਨੀਤੀ ਸ਼ਾਸਤਰੀਆਂ ਦੇ ਵਿਚਾਰਾਂ ਵਿੱਚ ਇਸ ਤਰ੍ਹਾਂ ਦੀ ਇਕਸਾਰਤਾ ਸੰਭਵ ਹੀ ਨਹੀਂ ਹੈ। ਜੇਕਰ ਇੱਕ ਰਾਜਨੀਤੀ ਸ਼ਾਸਤਰ ਰਾਜਤੰਤਰ ਨੂੰ ਇੱਕ ਦੇਸ਼ ਵਿੱਚ ਉੱਤਮ ਸਮਝਦਾ ਹੈ ਤਾਂ ਕੋਈ ਦੂਜਾ ਰਾਜਨੀਤਿਕ ਸ਼ਾਸਤਰੀ ਉਸੇ ਦੇਸ਼ ਲਈ ਰਾਜਤੰਤਰ ਦੀ ਥਾਂ ਲੋਕਤੰਤਰ ਨੂੰ ਪਹਿਲ ਦਿੰਦਾ ਹੈ। ਇਸੇ ਤਰ੍ਹਾਂ ਕਈ ਵਿਦਵਾਨ ਰਾਜ ਨੂੰ ਘੱਟ ਤੋਂ ਘੱਟ ਕੰਮ ਸੌਂਪਣ ਦੇ ਪੱਖ ਵਿੱਚ ਹੁੰਦੇ ਹਨ, ਪਰੰਤੂ ਦੂਸਰੇ ਅਨੇਕਾਂ ਕਈ ਵਿਦਵਾਨ ਹਨ ਜੋ ਸਮੁੱਚੀਆਂ ਸ਼ਕਤੀਆਂ ਰਾਜ ਨੂੰ ਸੌਂਪਣਾ ਚਾਹੁੰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਰਾਜਨੀਤਿਕ ਸ਼ਾਸਤਰ ਦੇ ਵਿਦਵਾਨਾਂ ਦੇ ਵਿਚਾਰਾਂ ਦੇ ਵਿੱਚ ਇਕਸਾਰਤਾ ਨਹੀਂ ਹੈ। ਪ੍ਰਸਿੱਧ ਵਿਦਵਾਨ ਕਾਮਟੇ ਦੇ ਕਥਨ ਅਨੁਸਾਰ ਰਾਜਨੀਤੀ ਨੂੰ ਵਿਗਿਆਨ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਦੀਆਂ ਵਿਧੀਆਂ, ਸਿਧਾਂਤਾਂ ਅਤੇ ਸਿੱਟਿਆਂ ਸੰਬੰਧੀ ਇਸ ਦੇ ਵਿਦਵਾਨਾਂ ਵਿੱਚ ਇੱਕ ਰਾਏ ਨਹੀਂ ਹੈ। ਇਸ ਵਿੱਚ ਵਿਚਾਰਾਂ ਦੀ ਇਕਸਾਰਤਾ ਅਤੇ ਉਹਨਾਂ ਤੱਤਾਂ ਦੀ ਘਾਟ ਹੈ ਜੋ ਵਿਗਿਆਨ ਹੋਣ ਦੇ ਮੁੱਖ ਆਧਾਰ ਹਨ। ਪੁਆਇੰਟ ਨੰਬਰ 4, ਐਕਸਪੈਰੀਮੈਂਟਸ ਆਰ ਨਾਟ ਪੋਸੀਬਲ। ਪ੍ਰਾਕਿਰਤਿਕ ਵਿਗਿਆਨਾਂ ਦੇ ਵਿੱਚ ਤਜਰਬਿਆਂ ਦੇ ਆਧਾਰ ਤੇ ਕੁਝ ਸਿੱਟੇ ਨਿਸ਼ਚਿਤ ਕੀਤੇ ਜਾਂਦੇ ਹਨ। ਪ੍ਰਾਕਿਰਤਿਕ ਵਿਗਿਆਨਾਂ ਦੇ ਵਿੱਚ ਪ੍ਰਯੋਗ ਲਈ ਸਮੱਗਰੀ ਨਿਸ਼ਚਿਤ ਹੁੰਦੀ ਹੈ, ਜਿਸ ਉੱਤੇ ਵਾਰ-ਵਾਰ ਤਜਰਬੇ ਕਰਕੇ ਸਿੱਟੇ ਨਿਸ਼ਚਿਤ ਕੀਤੇ ਜਾ ਸਕਦੇ ਹਨ, ਪਰੰਤੂ ਰਾਜਨੀਤਿਕ ਸ਼ਾਸਤਰ ਦੇ ਵਿਸ਼ੇ ਵਸਤੂ ਦਾ ਸੰਬੰਧ ਕਿਸੇ ਬੇਜਾਨ ਚੀਜ਼ ਨਾਲ ਨਹੀਂ, ਸਗੋਂ ਜਾਨਦਾਰ ਮਨੁੱਖ ਨਾਲ ਹੈ। ਇਸ ਕਾਰਨ ਰਾਜਨੀਤਿਕ ਸ਼ਾਸਤਰ ਦੇ ਸਿਧਾਂਤ ਨਿਸ਼ਚਿਤ ਕਰਨ ਲਈ ਤਜਰਬੇ ਨਹੀਂ ਕੀਤੇ ਜਾ ਸਕਦੇ। ਇਸ ਸੰਬੰਧੀ ਲਾਰਡ ਬ੍ਰਾਈਸ ਨੇ ਕਿਹਾ ਹੈ, ਰਾਜਨੀਤੀ ਵਿੱਚ ਕਿਸੇ ਤਜਰਬੇ ਨੂੰ ਦੁਹਰਾਇਆ ਨਹੀਂ ਜਾ ਸਕਦਾ, ਕਿਉਂਕਿ ਉਸੇ ਤਰ੍ਹਾਂ ਅਵਸਥਾਵਾਂ ਦੁਬਾਰਾ ਕਦੇ ਵੀ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ, ਜਿਸ ਤਰ੍ਹਾਂ ਦਾ ਕੋਈ ਮਨੁੱਖ ਨਦੀ ਦੇ ਬਹਾਓ ਵਿੱਚ ਦੁਬਾਰਾ ਕਦਮ ਨਹੀਂ ਰੱਖ ਸਕਦਾ। ਪੁਆਇੰਟ ਨੰਬਰ 5, ਰਾਜਨੀਤੀ ਸ਼ਾਸਤਰ ਵਿੱਚ ਭਵਿੱਖਬਾਣੀ ਸੰਭਵ ਨਹੀਂ ਹੈ। ਪ੍ਰੈਡਿਕਸ਼ਨ ਇਜ਼ ਨਾਟ ਪੋਸੀਬਲ ਇਨ ਪੋਲੀਟੀਕਲ ਸਾਇੰਸ। ਨਿਸ਼ਚਿਤ ਸਿਧਾਂਤਾਂ ਦੇ ਆਧਾਰ ਤੇ ਭਵਿੱਖਬਾਣੀ ਕਰਨੀ ਹਰੇਕ ਭੌਤਿਕ ਵਿਗਿਆਨੀ ਦੀ ਮੁੱਖ ਵਿਸ਼ੇਸ਼ਤਾ ਹੈ। ਰਾਜਨੀਤੀ ਸ਼ਾਸਤਰ ਵਿੱਚ ਕਿਸੇ ਪ੍ਰਕਾਰ ਦੀ ਨਿਸ਼ਚਿਤ ਭਵਿੱਖਬਾਣੀ ਕਰਨੀ ਸੰਭਵ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਰਾਜਨੀਤਿਕ ਸ਼ਾਸਤਰ ਦਾ ਸੰਬੰਧ ਮਨੁੱਖੀ ਸੰਸਥਾਵਾਂ ਨਾਲ ਹੈ। ਮਨੁੱਖ ਇੱਕ ਜਾਨਦਾਰ ਪ੍ਰਾਣੀ ਹੈ
ਤੇ ਆਸਾਂ ਅਤੇ ਭਾਵਨਾਵਾਂ ਦਾ ਪੁਤਲਾ ਹੈ। ਉਸ ਦੀਆਂ ਭਾਵਨਾਵਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਸੀਮਿਤ ਨਹੀਂ ਕੀਤਾ ਜਾ ਸਕਦਾ। ਇਸ ਲਈ ਰਾਜਨੀਤਿਕ ਸ਼ਾਸਤਰ ਵਿੱਚ ਕਿਸੇ ਘਟਨਾ ਸੰਬੰਧੀ ਭਵਿੱਖਬਾਣੀ ਕਰਨੀ ਸੰਭਵ ਨਹੀਂ ਹੈ। ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਗਤੀਸ਼ੀਲ ਸਰੂਪ ਹੈ। ਵਿਗਿਆਨ ਦਾ ਵਿਸ਼ਾ ਵਸਤੂ ਹਮੇਸ਼ਾ ਨਿਸ਼ਚਿਤ ਹੁੰਦਾ ਹੈ, ਜੋ ਹਰੇਕ ਸਥਿਤੀ ਵਿੱਚ ਇੱਕੋ ਜਿਹਾ ਰਹਿੰਦਾ ਹੈ। ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਰਾਜ, ਸਰਕਾਰ ਅਤੇ ਰਾਜਨੀਤਿਕ ਸੰਸਥਾਵਾਂ ਹਨ। ਹਰ ਹਾਲਤ ਵਿੱਚ ਇਨ੍ਹਾਂ ਮਨੁੱਖੀ ਸੰਸਥਾਵਾਂ ਦਾ ਇੱਕੋ ਜਿਹਾ ਰਹਿਣਾ ਸੰਭਵ ਨਹੀਂ ਹੈ। ਦਿਨ ਪ੍ਰਤੀ ਦਿਨ ਵਿਅਕਤੀਆਂ ਦੇ ਵਿਚਾਰਾਂ ਅਤੇ ਸੁਭਾਅ ਵਿੱਚ ਕੁਝ ਨਾ ਕੁਝ ਪਰਿਵਰਤਨ ਆਉਂਦੇ ਰਹਿੰਦੇ ਹਨ। ਰਾਜਨੀਤਿਕ ਸ਼ਾਸਤਰ ਲਈ ਇਸ ਤਰ੍ਹਾਂ ਦੇ ਵਿਅਕਤੀ ਪ੍ਰਾਪਤ ਕਰਨੇ ਬਿਲਕੁਲ ਅਸੰਭਵ ਹਨ, ਜੋ ਇੱਕੋ ਜਿਹੀਆਂ ਸਥਿਤੀਆਂ ਵਿੱਚ ਇੱਕੋ ਜਿਹਾ ਸੋਚਣ ਤੇ ਇੱਕੋ ਜਿਹੇ ਕਾਰਜ ਕਰਨ। ਅਤੇ ਤਦ ਤੱਕ ਵਿਗਿਆਨ ਨੇ ਕਿਸੇ ਅਜਿਹੇ ਯੰਤਰ ਦੀ ਕਾਢ ਨਹੀਂ ਕੱਢੀ ਜੋ ਮਨੁੱਖ ਦੀਆਂ ਭਾਵਨਾਵਾਂ, ਆਸਾਂ, ਉਤੇਜਨਾ ਆਦਿ ਦਾ ਮਾਪ-ਤੋਲ ਕਰ ਸਕੇ। ਅਤੇ ਅੱਜ ਤੱਕ ਸੰਸਾਰ ਵਿੱਚ ਵਿਗਿਆਨ ਨੇ ਕਿਸੇ ਅਜਿਹੇ ਯੰਤਰ ਦੀ ਕਾਢ ਨਹੀਂ ਕੱਢੀ ਜੋ ਮਨੁੱਖ ਦੀਆਂ ਭਾਵਨਾਵਾਂ, ਆਸਾਂ, ਉਤੇਜਨਾ ਆਦਿ ਦਾ ਮਾਪ-ਤੋਲ ਕਰ ਸਕੇ। ਅਜਿਹੇ ਵਿਸ਼ੇ ਵਸਤੂ ਦਾ ਨਿਸ਼ਚਿਤ ਵਿਗਿਆਨਿਕ ਸਿਧਾਂਤਾਂ ਦੇ ਆਧਾਰ ਤੇ ਨਿਰੀਖਣ ਕਰਨਾ ਲਗਭਗ ਅਸੰਭਵ ਹੈ। ਇਸ ਵਿਸ਼ੇ ਦੀ ਪ੍ਰਯੋਗ ਸਮੱਗਰੀ ਵਿਸ਼ਾ ਵਸਤੂ ਇਸ ਤਰ੍ਹਾਂ ਦੇ ਗਤੀਸ਼ੀਲ ਸਰੂਪ ਦਾ ਹੋਵੇ, ਉਸ ਵਿਸ਼ੇ ਨੂੰ ਵਿਗਿਆਨ ਦਾ ਨਾਂ ਦੇਣਾ ਉਚਿਤ ਨਹੀਂ ਕਿਹਾ ਜਾ ਸਕਦਾ। ਪੁਆਇੰਟ ਨੰਬਰ 7, ਨਿਰਪੱਖ ਖੋਜ ਸੰਭਵ ਨਹੀਂ। ਇੰਪਾਰਸ਼ੀਅਲ ਰਿਸਰਚ ਇਜ਼ ਨਾਟ ਪੋਸੀਬਲ। ਜੇਕਰ ਭੌਤਿਕ ਵਿਗਿਆਨਾਂ ਦੀ ਸਮੱਗਰੀ ਵੱਖ-ਵੱਖ ਖੋਜੀਆਂ ਨੂੰ ਸੌਂਪ ਦਿੱਤੀ ਜਾਵੇ ਤਾਂ ਨਿਸ਼ਚਿਤ ਸਿਧਾਂਤਾਂ ਦੇ ਆਧਾਰ ਤੇ ਇਸ ਸਮੱਗਰੀ ਉੱਤੇ ਵੱਖ-ਵੱਖ ਖੋਜੀਆਂ ਦੇ ਤਜਰਬਿਆਂ ਦਾ ਸਿੱਟਾ ਇੱਕੋ ਜਿਹਾ ਹੋਵੇਗਾ। ਇਹ ਤਜਰਬੇ ਪ੍ਰਯੋਗਸ਼ਾਲਾਵਾਂ ਵਿੱਚ ਨਿਸ਼ਚਿਤ ਸਿਧਾਂਤਾਂ ਦੇ ਆਧਾਰ ਤੇ ਹੋਣਗੇ। ਇਸ ਲਈ ਕਿਸੇ ਵੀ ਖੋਜੀ ਦੇ ਨਿੱਜੀ ਵਿਚਾਰਾਂ ਦਾ, ਤਜਰਬਿਆਂ ਦਾ, ਸਿੱਟਿਆਂ ਦਾ ਤੇ ਕਿਸੇ ਪ੍ਰਕਾਰ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਇਸ ਤੋਂ ਉਲਟ ਰਾਜਨੀਤਿਕ ਸ਼ਾਸਤਰ ਵਿੱਚ ਨਿਰਪੱਖ ਖੋਜ ਸੰਭਵ ਨਹੀਂ ਹੈ। ਜੇਕਰ ਰਾਜਨੀਤਿਕ ਸ਼ਾਸਤਰ ਦੇ ਸਿਧਾਂਤ ਨੂੰ ਕਿਸੇ ਤਜਰਬੇ ਦੇ ਤੌਰ ਤੇ ਅਮਲ ਵਿੱਚ ਲਿਆਂਦਾ ਜਾਵੇ ਤਾਂ ਵੱਖ-ਵੱਖ ਖੋਜੀਆਂ ਦੁਆਰਾ ਖੋਜਾਂ ਦੇ ਸਿੱਟੇ ਇੱਕੋ ਜਿਹੇ ਨਹੀਂ ਹੋਣਗੇ। ਇਸ ਤੋਂ ਇਲਾਵਾ ਉਹਨਾਂ ਨੂੰ ਪੜਚੋਲਾਂ ਦੇ ਸਿੱਟਿਆਂ ਤੇ ਖੋਜੀਆਂ ਦੇ ਨਿੱਜੀ ਵਿਚਾਰਾਂ ਦੇ ਪ੍ਰਭਾਵ ਪੈਣਾ ਬਿਲਕੁਲ ਸੁਭਾਵਿਕ ਹੈ। ਰਾਜਨੀਤਿਕ ਸ਼ਾਸਤਰ ਦੇ ਖੇਤਰ ਵਿੱਚ ਨਿੱਜੀ ਵਿਚਾਰਾਂ ਤੋਂ ਬਿਲਕੁਲ ਸੁਤੰਤਰ ਖੋਜ ਦਾ ਹੋਣਾ ਲਗਭਗ ਅਸੰਭਵ ਹੈ। ਇਸ ਆਧਾਰ ਤੇ ਰਾਜਨੀਤਿਕ ਸ਼ਾਸਤਰ ਨੂੰ ਅਸੀਂ ਵਿਗਿਆਨ ਨਹੀਂ ਕਹਿ ਸਕਦੇ। ਪੁਆਇੰਟ ਨੰਬਰ 8, ਪਰਿਭਾਸ਼ਾ, ਸ਼ਬਦਾਵਲੀ ਅਤੇ ਵਿਧੀਆਂ ਸੰਬੰਧੀ ਅੰਤਰ। ਡਿਫਰੈਂਸ ਇਨ ਰਿਗਾਰਡ ਟੂ ਡੈਫੀਨੇਸ਼ਨ। ਰਾਜਨੀਤਿਕ ਸ਼ਾਸਤਰ ਨੂੰ ਇਸ ਪੱਖ ਤੋਂ ਵੀ ਵਿਗਿਆਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਦੀ ਪਰਿਭਾਸ਼ਾ, ਸ਼ਬਦਾਵਲੀ ਅਤੇ ਵਿਧੀਆਂ ਸੰਬੰਧੀ ਵਿਦਵਾਨਾਂ ਨੇ ਵਿਚਾਰਾਂ ਵਿੱਚ ਬਹੁਤ ਅੰਤਰ ਨੇ। ਕੁਝ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਰਾਜ ਦਾ ਅਧਿਐਨ ਕਰਨ ਵਾਲਾ ਵਿਸ਼ਾ ਦੱਸਦੇ ਹਨ ਅਤੇ ਕੁਝ ਰਾਜਨੀਤੀ ਸ਼ਾਸਤਰ ਇਸ ਦਾ ਖੇਤਰ ਸਰਕਾਰ ਦੇ ਅਧਿਐਨ ਤੱਕ ਸੀਮਿਤ ਰੱਖਦੇ ਹਨ। ਇਸ ਤਰ੍ਹਾਂ ਰਾਜਨੀਤੀ ਸ਼ਾਸਤਰ ਦੇ ਇਸ ਦੇ ਅਧਿਐਨ ਲਈ ਕਈ ਪ੍ਰਕਾਰ ਦੀਆਂ ਵਿਧੀਆਂ ਦੱਸੀਆਂ ਹਨ। ਸ਼ਬਦਾਵਲੀ ਸੰਬੰਧੀ ਵੀ ਵਿਦਵਾਨਾਂ ਦੇ ਵਿਚਾਰਾਂ ਵਿੱਚ ਇਕਸਾਰਤਾ ਨਹੀਂ ਹੈ। ਜਿਸ ਵਿਸ਼ੇ ਦੀ ਸ਼ਬਦਾਵਲੀ ਅਤੇ ਅਰਥਾਂ ਸੰਬੰਧੀ ਕੋਈ ਸਹਿਮਤੀ ਹੀ ਨਹੀਂ ਹੈ, ਉਹ ਵਿਸ਼ਾ ਵਿਗਿਆਨ ਕਿਵੇਂ ਹੋ ਸਕਦਾ ਹੈ? ਰਾਜਨੀਤੀ ਸ਼ਾਸਤਰ ਵਿੱਚ ਕਾਰਨ ਅਤੇ ਕਾਰਜ ਦਾ ਨਿਸ਼ਚਿਤ ਸੰਬੰਧ ਨਹੀਂ ਹੈ। There are no exact relation between cause and effect। ਭੌਤਿਕ ਵਿਗਿਆਨ ਦੀ ਇਹ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਕਿਸੇ ਇੱਕ ਸਿਧਾਂਤ ਸੰਬੰਧੀ ਉਸਦੇ ਕਾਰਨਾਂ ਅਤੇ ਕਾਰਜਾਂ ਵਿੱਚ ਸਪਸ਼ਟ ਅਤੇ ਨਿਸ਼ਚਿਤ ਸੰਬੰਧ ਹੁੰਦਾ ਹੈ। ਕਾਰਨਾਂ ਅਤੇ ਕਾਰਜਾਂ ਦੇ ਸੰਬੰਧ ਤੋਂ ਭਾਵ ਹੈ ਕਿ ਜੇਕਰ ਇੱਕ ਸਥਾਨ ਤੇ ਕੁਝ ਕਾਰਨਾਂ ਦਾ ਇੱਕ ਵਿਸ਼ੇਸ਼ ਸਿੱਟਾ ਨਿਕਲਦਾ ਹੈ ਤਾਂ ਸੰਸਾਰ ਦੇ ਕਿਸੇ ਦੂਜੇ ਭਾਗ ਵਿੱਚ ਉਹ ਜਿਹਾ ਕਰਨਾ ਉਹੀ ਸਿੱਟਾ ਨਿਕਲੇਗਾ। ਜੇਕਰ ਭਾਰਤ ਦੀ ਕਿਸੇ ਪ੍ਰਯੋਗਸ਼ਾਲਾ ਦੇ ਵਿੱਚ ਹਾਈਡਰੋਜਨ ਅਤੇ ਆਕਸੀਜਨ ਨੂੰ ਨਿਸ਼ਚਿਤ ਮਾਤਰਾ ਵਿੱਚ ਮਿਲਾਇਆ ਜਾਵੇ ਤਾਂ ਇਨ੍ਹਾਂ ਗੈਸਾਂ ਦਾ ਮਿਸ਼ਰਣ ਪਾਣੀ ਦਾ ਰੂਪ ਧਾਰਨ ਕਰ ਲਵੇਗਾ। ਸੰਸਾਰ ਦੇ ਕਿਸੇ ਵੀ ਲੈਬ ਦੇ ਵਿੱਚ ਅਸੀਂ ਇਹ ਪ੍ਰਯੋਗ ਕਰਦੇ ਹਾਂ ਤਾਂ ਨਤੀਜਾ ਉਹੀ ਨਿਕਲੇਗਾ ਜੋ ਭਾਰਤ ਦੇ ਵਿੱਚ ਨਿਕਲਿਆ ਹੈ, ਮਤਲਬ ਕਿ ਦੋਨੇ ਗੈਸਾਂ ਦਾ ਮਿਸ਼ਰਣ ਪਾਣੀ ਬਣੇਗਾ। ਪਰ ਰਾਜਨੀਤਿਕ ਪ੍ਰਯੋਗਾਂ ਦੇ ਵਿੱਚ ਇਹ ਸਭ ਸੰਭਵ ਨਹੀਂ ਹੈ। ਵੱਖ-ਵੱਖ ਦੇਸ਼ਾਂ ਵਿੱਚ ਵਾਪਰੀਆਂ ਕ੍ਰਾਂਤੀਆਂ ਦੇ ਕਾਰਨ ਇੱਕੋ ਜਿਹੇ ਨਹੀਂ ਹਨ।
ਇਸੇ ਤਰ੍ਹਾਂ ਜਿਨ੍ਹਾਂ ਪਰਿਸਥਿਤੀਆਂ ਵਿੱਚ ਲੋਕਤੰਤਰ ਇੰਗਲੈਂਡ ਵਿੱਚ ਸਫਲ ਹੋਇਆ ਹੈ, ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਹੀ ਲੋਕਤੰਤਰ ਕਿਸੇ ਦੂਸਰੇ ਦੇਸ਼ ਦੇ ਵਿੱਚ ਅਸਫਲ ਵੀ ਹੋ ਸਕਦਾ ਹੈ। ਇਨ੍ਹਾਂ ਤੱਥਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਇੱਕ ਵਿਗਿਆਨ ਨਹੀਂ ਹੈ। ਕੁਝ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਇੱਕ ਵਿਗਿਆਨ ਕਹਿੰਦੇ ਹਨ। ਉਹ ਇਸ ਦੇ ਵਿਗਿਆਨ ਹੋਣ ਦੇ ਪੱਖ ਦੇ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ। ਗਾਰਨਰ ਅਨੁਸਾਰ ਵਿਗਿਆਨ ਕਿਸੇ ਵੀ ਵਿਸ਼ੇ ਦਾ ਉਹ ਗਿਆਨ ਹੈ ਜੋ ਕਰਮਬੱਧ ਅਧਿਐਨ, ਨਿਰੀਖਣ ਅਤੇ ਅਨੁਭਵ ਦੁਆਰਾ ਪ੍ਰਾਪਤ ਕੀਤਾ ਗਿਆ ਹੋਵੇ ਅਤੇ ਤੱਥਾਂ ਦਾ ਸਮਾਨੀਕਰਨ, ਕਰਮਬੱਧੀਕਰਨ ਅਤੇ ਵਰਗੀਕਰਨ ਕੀਤਾ ਗਿਆ ਹੋਵੇ। ਇਸ ਦਾ ਭਾਵ ਇਹ ਹੋਇਆ ਕਿ ਤਜਰਬੇ ਅਤੇ ਭਵਿੱਖਬਾਣੀ ਕਰਨ ਯੋਗ ਹੋਣਾ ਵਿਗਿਆਨ ਲਈ ਕੋਈ ਜ਼ਰੂਰੀ ਨਹੀਂ ਹੈ। ਵਿਗਿਆਨ ਦੀ ਇਸ ਪਰਿਭਾਸ਼ਾ ਅਨੁਸਾਰ ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਮੰਨਿਆ ਜਾ ਸਕਦਾ ਹੈ, ਕਿਉਂਕਿ ਵਿਗਿਆਨ ਦੀ ਪਰਿਭਾਸ਼ਾ ਦੀ ਕਸੌਟੀ ਤੇ ਰਾਜਨੀਤੀ ਸ਼ਾਸਤਰ ਪੂਰਾ ਉਤਰਦਾ ਹੈ। ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਮੰਨਣ ਵਾਲੇ ਵਿਦਵਾਨ ਆਪਣੇ ਵਿਚਾਰ ਦੇ ਪੱਖ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ। ਪੁਆਇੰਟ ਨੰਬਰ 1, ਰਾਜਨੀਤੀ ਸ਼ਾਸਤਰ ਵਿੱਚ ਆਮ ਸਿਧਾਂਤ ਨਿਸ਼ਚਿਤ ਕਰਨੇ ਸੰਭਵ ਹਨ। ਫਿਕਸੇਸ਼ਨ ਆਫ ਜਨਰਲ ਪ੍ਰਿੰਸੀਪਲਸ ਇਜ਼ ਪੋਸੀਬਲ ਇਨ ਪੋਲੀਟੀਕਲ ਸਾਇੰਸ। ਇਹ ਠੀਕ ਹੈ ਕਿ ਭੌਤਿਕ ਵਿਗਿਆਨਾਂ ਦੀ ਤਰ੍ਹਾਂ ਰਾਜਨੀਤੀ ਸ਼ਾਸਤਰ ਦੇ ਸਿਧਾਂਤ ਸਪਸ਼ਟ ਰੂਪ ਵਿੱਚ ਨਿਸ਼ਚਿਤ ਕੀਤੇ ਨਹੀਂ ਜਾ ਸਕਦੇ, ਪਰੰਤੂ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਵਿਸ਼ੇਸ਼ ਘਟਨਾਵਾਂ ਦਾ ਅਧਿਐਨ, ਅਲੈਦਗੀ, ਸੈਪਰੇਸ਼ਨ ਆਫ ਪਾਵਰਜ਼ ਰਾਜਨੀਤੀ ਸ਼ਾਸਤਰ ਦਾ ਇੱਕ ਸਥਾਪਿਤ ਸਿਧਾਂਤ ਹੈ। ਇਹ ਸਿਧਾਂਤ ਦਾ ਸਪਸ਼ਟ ਅਰਥ ਇਹ ਹੈ ਕਿ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਮਨੁੱਖੀ ਸੁਤੰਤਰਤਾ ਲਈ ਘਾਤਕ ਸਿੱਧ ਹੋ ਸਕਦਾ ਹੈ। ਇਹ ਸਿਧਾਂਤ ਦਾ ਨਿਰਮਾਣ ਕਰਨ ਲਈ ਫਰਾਂਸ ਦੇ ਪ੍ਰਸਿੱਧ ਵਿਦਵਾਨ ਮਾਂਟੇਸਕਿਊ ਨੇ ਵਿਗਿਆਨਕ ਢੰਗ ਦਾ ਪ੍ਰਯੋਗ ਕੀਤਾ ਸੀ। ਉਹਨਾਂ ਨੇ ਫਰਾਂਸ ਅਤੇ ਇੰਗਲੈਂਡ ਦੇ ਲੋਕਾਂ ਦੀ ਵਿਅਕਤੀਗਤ ਸੁਤੰਤਰਤਾ ਦਾ ਤੁਲਨਾਤਮਕ ਨਿਰੀਖਣ ਕੀਤਾ ਸੀ ਅਤੇ ਇਸ ਸਿੱਟੇ ਤੇ ਪਹੁੰਚੇ ਸ਼ਕਤੀਆਂ ਦੀ ਅਲੈਦਗੀ ਮਨੁੱਖੀ ਸੁਤੰਤਰਤਾ ਨੂੰ ਸੁਰੱਖਿਅਤ ਕਰ ਸਕਦੀ ਹੈ। ਇਸੇ ਤਰ੍ਹਾਂ ਰਾਜਨੀਤੀ ਸ਼ਾਸਤਰ ਵਿੱਚ ਅਨੇਕ ਹੋਰ ਸਿਧਾਂਤ ਨਿਸ਼ਚਿਤ ਕੀਤੇ ਗਏ ਹਨ। ਪੁਆਇੰਟ ਨੰਬਰ 2, ਰਾਜਨੀਤੀ ਸ਼ਾਸਤਰ ਦੇ ਵਿੱਚ ਪ੍ਰਯੋਗ ਸੰਭਵ ਹਨ। ਇਹ ਠੀਕ ਹੈ ਕਿ ਭੌਤਿਕ ਵਿਗਿਆਨਾਂ ਦੇ ਖੋਜੀ ਵਿਸ਼ੇਸ਼ ਪਰਿਸਥਿਤੀਆਂ ਵਿੱਚ ਆਪਣੀ ਇੱਛਾ ਅਨੁਸਾਰ ਤਜਰਬੇ ਕਰ ਸਕਦੇ ਹਨ। ਭਾਵੇਂ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਆਪਣੀ ਇੱਛਾ ਅਨੁਸਾਰ ਤਜਰਬੇ ਤਾਂ ਨਹੀਂ ਕਰ ਸਕਦੇ, ਪਰੰਤੂ ਇਸ ਸ਼ਾਸਤਰ ਵਿੱਚ ਵੀ ਤਜਰਬੇ ਕੁਝ ਹੱਦ ਤੱਕ ਸੰਭਵ ਹਨ। ਰਾਜਨੀਤੀ ਸ਼ਾਸਤਰ ਦੇ ਵਿੱਚ ਪ੍ਰਯੋਗ ਭੌਤਿਕ ਵਿਗਿਆਨਾਂ ਦੇ ਪ੍ਰਯੋਗਾਂ ਨਾਲੋਂ ਵੱਖਰੇ ਹੁੰਦੇ ਹਨ। ਰਾਜਨੀਤੀ ਸ਼ਾਸਤਰ ਦੇ ਤਜਰਬੇ ਪ੍ਰਯੋਗਸ਼ਾਲਾਵਾਂ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਨਹੀਂ ਕੀਤੇ ਜਾਂਦੇ, ਸਗੋਂ ਖੁੱਲ੍ਹੇ ਸਮਾਜ ਦੇ ਵਿੱਚ ਕੀਤੇ ਜਾਂਦੇ ਹਨ। ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ ਅਤੇ ਰਾਜਨੀਤੀ ਸ਼ਾਸਤਰ ਦੇ ਹਰ ਸਿਧਾਂਤ ਦੀ ਪੁਸ਼ਟੀ ਉਸ ਦੇ ਇਤਿਹਾਸਿਕ ਤਜਰਬੇ ਦੇ ਆਧਾਰ ਤੇ ਕੀਤੀ ਜਾਂਦੀ ਹੈ। ਰਾਜਨੀਤੀ ਸ਼ਾਸਤਰ ਵਿੱਚ ਭਵਿੱਖਬਾਣੀ ਸੰਭਵ ਹੈ। ਪ੍ਰੈਡਿਕਸ਼ਨ ਇਜ਼ ਪੋਸੀਬਲ ਇਨ ਪੋਲੀਟੀਕਲ ਸਾਇੰਸ। ਇਹ ਕਹਿਣਾ ਠੀਕ ਨਹੀਂ ਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਸ ਸ਼ਾਸਤਰ ਵਿੱਚ ਭਵਿੱਖਬਾਣੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਕਈ ਵਾਰੀ ਇਹ ਭਵਿੱਖਬਾਣੀ ਸੱਚੀ ਸਿੱਧ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਮਨੁੱਖੀ ਸੰਸਥਾਵਾਂ ਹਨ। ਮਨੁੱਖ ਦਾ ਹਰ ਸਮੇਂ ਇੱਕੋ ਜਿਹਾ ਰਹਿਣਾ ਸੰਭਵ ਨਹੀਂ ਹੈ। ਇਸੇ ਕਰਕੇ ਭਵਿੱਖਬਾਣੀ ਕਰਨ ਵਾਲੇ ਖੋਜੀ ਦਾ ਮਨੁੱਖਾਂ ਉੱਤੇ ਕੋਈ ਨਿਸ਼ਚਿਤ ਨਿਯੰਤਰਣ ਨਹੀਂ ਹੁੰਦਾ। ਇਸ ਲਈ ਇਹ ਭਵਿੱਖਬਾਣੀ ਕਈ ਵਾਰ ਠੀਕ ਸਿੱਧ ਹੁੰਦੀ ਹੈ ਅਤੇ ਕਈ ਵਾਰ ਗਲਤ ਸਿੱਧ ਹੁੰਦੀ ਹੈ। ਇਸ ਆਧਾਰ ਤੇ ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਨਾ ਮੰਨਣਾ ਉਚਿਤ ਨਹੀਂ ਹੈ। ਜੇਕਰ ਅਜਿਹਾ ਕਰਨਾ ਠੀਕ ਹੈ ਤਾਂ ਰੁੱਤ ਜਾਂ ਮੌਸਮ ਵਿਗਿਆਨ ਨੂੰ ਵਿਗਿਆਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਵਿਗਿਆਨ ਜੋ ਭਵਿੱਖਬਾਣੀਆਂ ਮੌਸਮ ਬਾਰੇ ਕਰਦਾ ਹੈ ਉਹ ਵੀ ਕਈ ਵਾਰ ਗਲਤ ਸਿੱਧ ਹੋ ਜਾਂਦੀਆਂ ਨੇ। ਰਾਜਨੀਤੀ ਸ਼ਾਸਤਰ ਦੇ ਕੁਝ ਸਿਧਾਂਤਾਂ ਸੰਬੰਧੀ ਇਕਸਾਰਤਾ, ਯੂਨੀਫਾਰਮਿਟੀ ਆਫ ਵਿਊਜ਼ ਔਨ ਸਰਟਨ ਪ੍ਰਿੰਸੀਪਲਸ। ਇਹ ਠੀਕ ਹੈ ਕਿ ਰਾਜਨੀਤੀ ਸ਼ਾਸਤਰ ਦੇ ਸਾਰੇ ਸਿਧਾਂਤਾਂ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਵਿੱਚ ਇਕਸਾਰਤਾ ਨਹੀਂ ਹੋ ਸਕਦੀ, ਪਰੰਤੂ ਰਾਜਨੀਤੀ ਸ਼ਾਸਤਰ ਦੇ ਅਨੇਕਾਂ ਸਿਧਾਂਤ ਅਜਿਹੇ ਹਨ ਜਿਨ੍ਹਾਂ ਸੰਬੰਧੀ ਵਿਦਵਾਨਾਂ ਦੀ ਇੱਕ ਰਾਏ ਹੈ। ਉਦਾਹਰਨ ਵਜੋਂ ਰਾਜ ਦਾ ਉਦੇਸ਼ ਜਨ ਕਲਿਆਣ ਹੈ। ਸਰਕਾਰ ਜਨਤਾ ਪ੍ਰਤੀ ਉੱਤਰਦਾਈ ਹੋਣੀ ਚਾਹੀਦੀ ਹੈ। ਸ਼ਕਤੀ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਇੱਕ ਵਿਅਕਤੀ ਜਾਂ ਸੰਸਥਾ ਕੋਲ ਨਹੀਂ ਹੋਣੀਆਂ ਚਾਹੀਦੀਆਂ। ਅਜਿਹੇ ਕੁਝ ਸਿਧਾਂਤ ਹਨ ਜਿਨ੍ਹਾਂ ਸੰਬੰਧੀ ਰਾਜਨੀਤੀ ਸ਼ਾਸਤਰੀ ਦੇ ਦੋ ਵਿਚਾਰ
ਕਦੇ ਵੀ ਨਹੀਂ ਹੋ ਸਕਦੇ। ਪੁਆਇੰਟ ਨੰਬਰ 5, ਰਾਜਨੀਤੀ ਸ਼ਾਸਤਰ ਦੇ ਗਿਆਨ ਨੂੰ ਕਰਮਬੱਧ ਕੀਤਾ ਜਾ ਸਕਦਾ ਹੈ। ਨੌਲੇਜ ਆਫ ਪੋਲੀਟੀਕਲ ਸਾਇੰਸ ਕੈਨ ਬੀ ਸਿਸਟਮਾਟਾਈਜ਼ਡ। ਇਹ ਠੀਕ ਹੈ ਕਿ ਭੌਤਿਕ ਵਿਗਿਆਨਾਂ ਦੇ ਗਿਆਨ ਦੀ ਤਰ੍ਹਾਂ ਰਾਜਨੀਤੀ ਸ਼ਾਸਤਰ ਦੇ ਗਿਆਨ ਨੂੰ ਕਰਮਬੱਧ ਨਹੀਂ ਕੀਤਾ ਜਾ ਸਕਦਾ, ਪਰੰਤੂ ਇਹ ਸੱਚਾਈ ਹੈ ਕਿ ਕਾਫੀ ਹੱਦ ਤੱਕ ਰਾਜਨੀਤੀ ਸ਼ਾਸਤਰ ਦੇ ਗਿਆਨ ਨੂੰ ਕਰਮਬੱਧ ਕੀਤਾ ਗਿਆ ਹੈ। ਉਦਾਹਰਨ ਵਜੋਂ ਰਾਜ ਦੇ 4 ਤੱਤ ਮੰਨੇ ਗਏ ਹਨ। ਇਹ ਤੱਤ ਹਨ ਵਸੋਂ, ਨਿਸ਼ਚਿਤ ਭੂਮੀ, ਸਰਕਾਰ ਅਤੇ ਪ੍ਰਭੂਸੱਤਾ, ਯਾਨੀ ਕਿ ਖੁਦ ਮੁਖਤਿਆਰੀ। ਸੰਸਾਰ ਦੇ ਕਿਸੇ ਵੀ ਭਾਗ ਵਿੱਚ ਰਾਜ ਦਾ ਨਿਰਮਾਣ ਕਰਨ ਲਈ ਇਨ੍ਹਾਂ ਚਾਰੇ ਤੱਤਾਂ ਦਾ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਸਰਕਾਰ ਦੇ 3 ਅੰਗ ਮੰਨੇ ਗਏ ਹਨ। ਸੰਸਾਰ ਦੇ ਹਰੇਕ ਦੇਸ਼ ਵਿੱਚ ਸਰਕਾਰ ਦੇ ਇਹ 3 ਅੰਗ ਜ਼ਰੂਰੀ ਹਨ। ਇਸੇ ਤਰ੍ਹਾਂ ਸਰਕਾਰ ਦੇ ਅਨੇਕਾਂ ਰੂਪ ਹਨ ਅਤੇ ਹਰੇਕ ਰੂਪ ਦੀਆਂ ਕੁਝ ਨਿਸ਼ਚਿਤ ਵਿਸ਼ੇਸ਼ਤਾਵਾਂ ਹਨ। ਇਸ ਤੋਂ ਰਾਜਨੀਤੀ ਸ਼ਾਸਤਰ ਦੇ ਗਿਆਨ ਦੀ ਕਰਮਬੱਧਤਾ ਸਪਸ਼ਟ ਪ੍ਰਤੀਤ ਹੁੰਦੀ ਹੈ। ਪੁਆਇੰਟ ਨੰਬਰ 6, ਨਿਰਪੱਖ ਖੋਜ ਸੰਭਵ ਹੈ। ਇੰਪਾਰਸ਼ੀਅਲ ਰਿਸਰਚ ਇਜ਼ ਪੋਸੀਬਲ। ਇਹ ਕਹਿਣਾ ਠੀਕ ਨਹੀਂ ਕਿ ਰਾਜਨੀਤੀ ਸ਼ਾਸਤਰ ਵਿੱਚ ਵਿਸ਼ੇ ਵਸਤੂ ਸੰਬੰਧੀ ਨਿਰਪੱਖ ਖੋਜ ਸੰਭਵ ਨਹੀਂ ਹੈ। ਨਿਰਪੱਖ ਖੋਜ ਸੰਭਵ ਹੋ ਸਕਦੀ ਹੈ ਜੇਕਰ ਖੋਜੀ ਵਿਵੇਕਸ਼ੀਲ ਅਤੇ ਗਿਆਨਵਾਨ ਹੋਵੇ। ਜੇਕਰ ਸੂਝਵਾਨ ਖੋਜੀ ਆਪਣੇ ਨਿੱਜੀ ਵਿਚਾਰਾਂ ਅਤੇ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਕਿਸੇ ਤੱਥ ਦੀ ਖੋਜ ਕਰੇਗਾ ਤਾਂ ਉਹ ਜ਼ਰੂਰ ਹੀ ਨਿਰਪੱਖ ਸਿੱਟੇ ਕੱਢ ਸਕੇਗਾ। ਮੈਕਾਈਵਰ ਨੇ ਠੀਕ ਕਿਹਾ ਹੈ, ਵਿਗਿਆਨ ਦੀ ਇਹ ਮੰਗ ਹੈ ਤੱਥਾਂ ਦਾ ਅਧਿਐਨ ਕਰਨ ਸਮੇਂ ਅਸੀਂ ਕੋਈ ਪੱਖ ਨਾ ਲਈਏ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਨਿੱਜੀ ਮੁਲਾਂਕਣ ਉਸ ਅਸਲੀਅਤ ਨੂੰ ਤੋੜ ਮਰੋੜ ਨਾ ਦੇਣ ਜਿਸ ਨੂੰ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ। ਵਿਗਿਆਨੀ ਦੇ ਇਸ ਤੌਰ 'ਤੇ ਸਾਨੂੰ ਸੱਚ ਦੇ ਸਿੱਟਿਆਂ ਦੀ ਬਜਾਏ ਸੱਚ ਪ੍ਰਤੀ ਵਧੇਰੇ ਚੁਕੰਨਾ ਹੋਣਾ ਚਾਹੀਦਾ ਹੈ। ਰਿਪੀਟ, ਮੈਕਾਈਵਰ ਨੇ ਠੀਕ ਹੀ ਕਿਹਾ ਹੈ, ਵਿਗਿਆਨ ਦੀ ਇਹ ਮੰਗ ਹੈ ਤੱਥਾਂ ਦਾ ਅਧਿਐਨ ਕਰਦੇ ਸਮੇਂ ਅਸੀਂ ਕੋਈ ਪੱਖ ਨਾ ਲਈਏ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਨਿੱਜੀ ਮੁਲਾਂਕਣ ਉਸ ਅਸਲੀਅਤ ਨੂੰ ਤੋੜ ਮਰੋੜ ਨਾ ਦੇਣ ਜਿਸ ਨੂੰ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ। ਵਿਗਿਆਨੀ ਦੇ ਤੌਰ 'ਤੇ ਸਾਨੂੰ ਸੱਚ ਦੇ ਸਿੱਟਿਆਂ ਦੀ ਬਜਾਏ ਸੱਚ ਪ੍ਰਤੀ ਵਧੇਰੇ ਚੁਕੰਨਾ ਹੋਣਾ ਚਾਹੀਦਾ ਹੈ। ਪੁਆਇੰਟ ਨੰਬਰ 7, ਰਾਜਨੀਤੀ ਸ਼ਾਸਤਰ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਆਬਜ਼ਰਵੇਸ਼ਨ ਕੈਨ ਬੀ ਮੇਡ। ਇਹ ਕਹਿਣਾ ਠੀਕ ਨਹੀਂ ਹੈ ਕਿ ਰਾਜਨੀਤੀ ਸ਼ਾਸਤਰ ਦੀ ਸਮੱਗਰੀ ਸੰਬੰਧੀ ਨਿਰੀਖਣ ਨਹੀਂ ਕੀਤਾ ਜਾ ਸਕਦਾ। ਆਧੁਨਿਕ ਰਾਜਨੀਤਿਕ ਵਿਗਿਆਨੀਆਂ ਅਤੇ ਰਾਜਨੀਤਿਕ ਸਮੱਗਰੀ ਸੰਬੰਧੀ ਅੰਕੜਿਆਂ ਨੂੰ ਇਕੱਠੇ ਕਰਨ, ਉਹਨਾਂ ਦਾ ਸੰਖਿਕੀਕਰਨ ਕਰਨ ਅਤੇ ਵਿਸ਼ੇਸ਼ ਅਵਸਥਾਵਾਂ ਦੇ ਪ੍ਰਸੰਗ ਵਿੱਚ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕਈ ਵਿਧੀਆਂ ਪ੍ਰਚਲਿਤ ਕੀਤੀਆਂ ਹਨ। ਵਿਵਹਾਰਿਕ ਜਾਂ ਪ੍ਰਯੋਗ ਸਿੱਧ ਅਧਿਐਨ ਦੁਆਰਾ ਲੋਕਾਂ ਦੇ ਮਤਦਾਨ ਵਿਹਾਰ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲੋੜੀਂਦੀ ਸਮੱਗਰੀ ਇਕੱਤਰ ਕਰਕੇ ਰਾਜਨੀਤਿਕ ਸੰਸਥਾਵਾਂ ਦੀ ਕਾਰਜਸ਼ੀਲਤਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਰਾਜਨੀਤੀ ਸ਼ਾਸਤਰ ਵਿੱਚ ਨਿਰੀਖਣ ਕਰਨ ਲਈ ਇਹ ਜ਼ਰੂਰੀ ਹੈ ਨਿਰੀਖਕ ਕਿਤਾਬਾਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਵਾਸਤਵਿਕ ਸਮੱਗਰੀ ਇਕੱਤਰ ਕਰੇ ਅਤੇ ਵਿਸ਼ੇਸ਼ ਹਾਲਾਤਾਂ ਦੇ ਸੰਦਰਭ ਵਿੱਚ ਇਸ ਸਮੱਗਰੀ ਦਾ ਨਿਰੀਖਣ ਕਰਕੇ ਕੁਝ ਸਧਾਰਨ ਸਿਧਾਂਤ ਨਿਸ਼ਚਿਤ ਕਰੇ। ਪੱਛਮੀ ਦੇਸ਼ਾਂ ਦੇ ਰਾਜਨੀਤੀ ਵਿਗਿਆਨੀਆਂ ਨੇ ਇਸ ਵਿਧੀ ਨੂੰ ਅਪਣਾਉਣ ਦਾ ਯਤਨ ਕੀਤਾ ਹੈ। ਸਿੱਟਾ, ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਵਿਚਾਰਨ ਮਗਰੋਂ ਅਸੀਂ ਇਹ ਅਨੁਭਵ ਕਰਦੇ ਹਾਂ, ਰਾਜਨੀਤੀ ਸ਼ਾਸਤਰ ਨੂੰ ਸਮਾਜ ਵਿਗਿਆਨ ਦੇ ਰੂਪ ਵਿੱਚ ਸਵੀਕਾਰ ਕਰਨਾ ਵਧੇਰੇ ਉਚਿਤ ਹੋਵੇਗਾ। ਰਾਜਨੀਤੀ ਸ਼ਾਸਤਰ ਵਿੱਚ ਪ੍ਰਾਕ੍ਰਿਤਿਕ ਵਿਗਿਆਨਾਂ ਪ੍ਰਤੀ ਸਪਸ਼ਟਤਾ ਅਤੇ ਨਿਸ਼ਚਿਤਤਾ ਕਦੇ ਵੀ ਨਹੀਂ ਆ ਸਕਦੀ, ਕਿਉਂਕਿ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਕੋਈ ਬੇਜਾਨ ਵਸਤੂ ਨਹੀਂ ਹੈ, ਸਗੋਂ ਜਾਨਦਾਰ ਗਤੀਸ਼ੀਲ ਮਨੁੱਖ ਹਨ। ਮਨੁੱਖੀ ਸੁਭਾਅ ਪਰਿਵਰਤਨਸ਼ੀਲ ਹੋਣ ਕਾਰਨ ਰਾਜਨੀਤੀ ਸ਼ਾਸਤਰ ਦੇ ਸਿਧਾਂਤਾਂ ਨੂੰ ਪ੍ਰਾਕ੍ਰਿਤਿਕ ਵਿਗਿਆਨਾਂ ਦੇ ਸਿਧਾਂਤਾਂ ਵਾਂਗ ਸਪਸ਼ਟ ਰੂਪ ਵਿੱਚ ਸਦਾ ਲਈ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ।